ਉਹ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਰੈਕੜ ਹੀ ਬਣੇ ਕੰਮ ਹੁਣ ਤੈਂ ਜੋ ਕਰੇ ਨੇ ਮੁੱਕਣੇ ਦੇ ਬਾਅਦ ਵੀ ਮੈਂ ਰੈਸਟ ਨ ਪਾਵਾ ਯਾਰਾਂ ਦੀ ਤੂੰ ਗੱਲ ਛੱਡ ਐਂਟੀ ਸਾਡੇ ਫੈਨ। सो हेलो गाइस, कैसे हैं आप सब लोग। वेलकम बैक टू अवर चैनल रजनी एंड मोहित रिएक्शंस। गाइस मेरा नाम है मोहित और मेरे साथ ज्वाइन कर रहे हैं मेरी मम्मी। हेलो, मैं हूँ रजनी, कैसी हैं आप। हाँ जी गाइस मैं उम्मीद करता हूँ आप सब खुश होंगे और अपनी फैमिली के साथ एंजॉय कर रहे होंगे। और मैं भगवान से यही दुआ करता हूँ कि भगवान आपको और आपकी फैमिली को खुशियां दे, अच्छी हेल्थ दे और आप जिंदगी में जो भी काम करें उसमें आपको बहुत ज्यादा तरक्की मिले, बहुत ज्यादा सक्सेस मिले। सो गाइस आज हम एक नई वीडियो पर रिएक्शन देने जा रहे हैं। सो वीडियो पर रिएक्शन देने से पहले मैं आपको वीडियो का टाइटल बता देता हूँ। सो गाइस जो आज की वीडियो का टाइटल रहने वाला है वो है जंगनामा लेजेंड हु रोट हिज ओन स्टोरी सीरीज ऑफ इंटरव्यू सिद्धू मूसेवाला। सो गाइस बेसिकली जो वीडियो है आज की बहुत खास रहने वाली है। बेसिकली एक इंटरव्यू रहने वाला है जिसका नाम है जंगनामा। सो गाइस सबसे पहले तो मैं आपको बता दूं कि जो इस इंटरव्यू में जो गेस्ट है उनका जो नाम है वो है तजिंदर सिंह गिल और जो होस्ट है जो कि इंटरव्यू ले रहे हैं वो है रतनदीप सिंह तालीवाल। सो गाइस जो इस इंटरव्यू के गेस्ट हैं तजिंदर सिंह गिल बेसिकली ये ना सिद्धू मूसेवाला पाजी के कॉलेज फ्रेंड है। मतलब ये शुरू से लेके लास्ट तक उनके साथ ही थे, उनके बहुत क्लोज फ्रेंड थे। तो इस इंटरव्यू में बेसिकली इन्होंने सिद्धू मूसेवाला पाजी के बारे में बताया कि वो स्टार्टिंग कॉलेज लाइफ से लेके सुपरस्टार बनने तक कैसे थे, है ना। तो गाइस बिना देरी की पहले देखते हैं। और गाइस ये जो इंटरव्यू है ये 1 घंटे 4 मिनट का है, तो हम इसको पार्ट्स में बनाएंगे। तो आज हमने इसका फर्स्ट पार्ट बनाया है, तो इसके जो बाकी पार्ट्स होंगे वो हम नेक्स्ट टाइम उस पर रिएक्शन देंगे। सो गाइस बिना देरी किए पहले रिएक्शन देते हैं, उसके बाद हम अपना रिएक्शन देंगे। सो लेट अस स्टार्ट द वीडियो। 3, 2, 1। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਹਾਂ ਇੱਕ ਬੇਹੱਦ ਹੀ ਖਾਸ ਮੁਲਾਕਾਤ ਲੈ ਕੇ ਤੁਹਾਡੇ ਸਨਮੁਖ ਆਏ ਹਾਂ। ਜੇ ਤੁਸੀਂ ਜਿਉਂਦੇ ਹੋ ਤਾਂ ਉਹਦਾ ਸਬੂਤ ਦੇਣਾ ਵੀ ਕਈ ਵਾਰ ਜ਼ਰੂਰੀ ਹੋ ਜਾਂਦਾ ਗਾ, ਪਰ ਕੁਝ ਲੋਕ ਦੁਨੀਆ ਦੇ ਵਿੱਚ ਅਜਿਹੇ ਹੁੰਦੇ ਨੇ ਜਿਹੜੇ ਮਰ ਕੇ ਵੀ ਮਰਦੇ ਨਹੀਂ। ਜੇ ਅਸੀਂ ਅੱਜ ਦੀ ਗੱਲ ਕਰਦੇ ਹਾਂ, ਅਜੋਕੇ ਯੁੱਗ ਦੀ ਗੱਲ ਕਰਦੇ ਹਾਂ, ਤਾਂ ਇੱਕ ਸ਼ਬਦ ਆ ਲੈਜੈਂਡ। ਜੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇਖਦੇ ਹਾਂ ਜਾਂ ਉਹਨਾਂ ਲੋਕਾਂ ਨੂੰ ਦੇਖਦੇ ਹਾਂ ਜਿਹੜੇ ਲੋਕਾਂ ਨੂੰ ਅਸੀਂ ਕਲਾਕਾਰ ਕਹਿੰਦੇ ਹਾਂ, ਫਨਕਾਰ ਕਹਿੰਦੇ ਹਾਂ, ਉਹਨਾਂ ਦੇ ਵਿੱਚੋਂ ਇੱਕ ਨਾਮ, ਹਾਲਾਂਕਿ ਪਿਛਲੇ ਸਮੇਂ ਦੀ ਗੱਲ ਕਰਦੇ ਹਾਂ, ਬਹੁਤਾ ਟਾਈਮ ਨਹੀਂ ਹੋਇਆ ਸੀ ਕੋਈ, ਪਰ ਉਹ ਨਾਮ ਸਦਾ ਲਈ ਅਮਰ ਹੋ ਗਿਆ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਅੱਜ ਉਹਨਾਂ ਦੇ ਮਿੱਤਰ ਦੇ ਨਾਲ ਗੱਲਬਾਤ ਕਰਾਂਗੇ, ਤਜਿੰਦਰ ਸਿੰਘ ਗਿੱਲ। ਉਹਨਾਂ ਦੀਆਂ ਜਿਹੜੀਆਂ ਯਾਦਾਂ ਗੀਆਂ ਸਿੱਧੂ ਦੇ ਨਾਲ ਉਹ ਸਾਂਝੀਆਂ ਕਰਨਗੇ। ਉਹ ਲੋਕਾਂ ਨੂੰ ਅਸਲ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਸਲ ਦੇ ਵਿੱਚ ਕੌਣ ਸੀ। ਬਹੁਤ ਸਾਰੀਆਂ ਉਂਗਲਾਂ ਉੱਠੀਆਂ ਉਸ ਨੌਜਵਾਨ ਦੇ ਉੱਤੇ, ਬਹੁਤ ਕੁਛ ਹੋਇਆ ਅਤੇ ਬਹੁਤ ਕੁਛ ਅੱਜ ਵੀ ਹੋ ਰਿਹਾ ਗਾ ਜੋ ਉਹਨਾਂ ਦੇ ਮਾਤਾ ਪਿਤਾ ਦੇਖ ਰਹੇ ਨੇ। ਪਰ ਬਹੁਤ ਸਾਰੀਆਂ ਗੱਲਾਂ ਗੀਆਂ ਜਿਹੜੀਆਂ ਉਹ ਲੋਕ ਦੱਸਣਾ ਚਾਹੁੰਦੇ ਨੇ ਵੀ ਉਹ ਅਜੇ ਮੁੱਕਿਆ ਨਹੀਂ, ਉਹ ਅੱਜ ਵੀ ਹੈਗਾ ਸਾਡੇ ਵਿਚਕਾਰ। ਤਜਿੰਦਰ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਗੱਲਬਾਤ ਆ, ਤੁਸੀਂ 2012 ਦੇ ਵਿੱਚ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਮਿਲਦੇ। ਹਾਂਜੀ, ਮੈਂ 2012 'ਚ ਜੇ ਕਹਾਂ ਤਾਂ ਸ਼ੁਭਦੀਪ ਸਿੰਘ ਨੂੰ ਮਿਲਦਾ ਜੀ। ਸਿੱਧੂ ਮੂਸੇਵਾਲਾ 2016 'ਚ ਬਣਦਾ ਜੀ। ਅਤੇ ਮੈਂ ਜ਼ਿਆਦਾਤਰ ਇਹੀ ਦੱਸਣਾ ਚਾਹੂੰਗਾ ਕਿ ਜੋ ਸ਼ੁਭਦੀਪ ਸਿੰਘ ਸੀਗਾ, ਕਿਉਂਕਿ ਲੋਕਾਂ ਨੂੰ ਸਿੱਧੂ ਮੂਸੇਵਾਲੇ ਬਾਰੇ ਤਾਂ ਉਹਨੇ ਕੁਛ ਲੁਕੋਇਆ ਹੀ ਨਹੀਂ। ਜੋ ਸਿੱਧੂ ਮੂਸੇਵਾਲਾ ਰਿਹਾ ਹਮੇਸ਼ਾ ਬੇਬਾਕ ਰਿਹਾ, ਹਮੇਸ਼ਾ ਐਜ਼ ਐਨ ਓਪਨ ਹਾਰਟ ਰਿਹਾ। ਪਰ ਜੋ ਸ਼ੁਭਦੀਪ ਸਿੰਘ ਸੀਗਾ ਉਹਦੇ ਬਾਰੇ ਕੁਛ ਕੁ ਦੱਸਣਾ ਚਾਹੂੰਗਾ ਜੋ ਮੈਂ ਉਹਦੇ ਨਾਲ ਬਿਤਾਏ ਅਤੇ ਜੋ ਉਹਦੇ ਨਾਲ ਰਿਹਾ। ਖਾਸ ਕਰਕੇ ਮੈਂ ਇੱਥੋਂ ਗੱਲ ਸ਼ੁਰੂ ਕਰੂੰਗਾ। ਦੁਬਈ ਦੇ ਵਿੱਚ ਜਦੋਂ ਉਹ ਆਪਦਾ ਸ਼ੋਅ ਲਾਉਂਦੇ ਨੇ ਪਿਛਲੇ ਦਿਨਾਂ ਦੇ ਵਿੱਚ, ਹਾਂਜੀ, ਉਦੋਂ ਇੱਕ ਗੱਲ ਕਹਿੰਦੇ ਨੇ ਵੀ ਚੋਣਾਂ ਦੇ ਵਿੱਚ ਉਦੋਂ ਹਾਰ ਵੀ ਹੋ ਜਾਂਦੀ ਹੈ, ਬਹੁਤ ਕੁਛ ਹੋ ਜਾਂਦਾ, ਅਤੇ ਇੱਕ ਗੱਲ ਕਹਿੰਦਾ ਵੀ ਮੈਂ 1000 ਵਾਰ ਸ਼ੁਭਦੀਪ ਸਿੰਘ ਹਾਰਿਆਂਗਾ ਫਿਰ ਸਿੱਧੂ ਮੂਸੇਵਾਲਾ ਬਣਿਆਗਾ। ਹਾਂਜੀ, ਤੁਸੀਂ ਦੱਸੋ ਵੀ ਤੁਹਾਡੀ ਪਹਿਲੀ ਮੁਲਾਕਾਤ ਕਿੱਥੋਂ ਹੁੰਦੀ ਆ, ਅਤੇ ਫਿਰ ਜੋ ਵੀ ਗੱਲਾਂ ਬਾਤਾਂ ਤੁਹਾਡੇ ਦਿਲ ਦੇ ਵਲਵਲੇ ਆ ਦੁਨੀਆ ਨੂੰ ਦੱਸੋ ਵੀ ਅਸਲ ਦੇ ਵਿੱਚ ਉਹ ਨੌਜਵਾਨ ਦੀ ਕੀ ਸ਼ਖਸੀਅਤ ਸੀ। ਮੇਰੀ ਜਿਹੜੀ ਐਡਮਿਸ਼ਨ ਹੁੰਦੀ ਹੈ GNU ਉਹ ਸੈਕਿੰਡ ਕਾਉਂਸਲਿੰਗ 'ਚ ਹੁੰਦੀ ਹੈ। ਜਦੋਂ ਸਾਡੇ ਰਾਊਂਡਸ ਹੁੰਦੇ ਨੇ, ਪਹਿਲੀ ਕਾਉਂਸਲਿੰਗ ਅਤੇ ਸੈਕਿੰਡ ਕਾਉਂਸਲਿੰਗ, ਅਤੇ ਸਿੱਧੂ ਉਦੋਂ ਪਹਿਲਾਂ ਹੀ
ਫਸਟ ਕਾਉਂਸਲਿੰਗ 'ਚ ਉਹਨੂੰ GNE ਕਾਲਜ ਐਡਮਿਸ਼ਨ ਮਿਲ ਚੁੱਕੀ ਸੀ ਅਤੇ ਉਹ ਮੇਰੇ ਤੋਂ 10 ਕੁ ਦਿਨ ਪਹਿਲਾਂ ਕਾਲਜ ਲਾ ਚੁੱਕਾ ਸੀ। ਜੀ 10 ਕੁ ਦਿਨ ਬਾਅਦ 'ਚੋਂ ਜਦੋਂ ਸੈਕਿੰਡ ਕਾਉਂਸਲਿੰਗ ਹੁੰਦੀ ਤਾਂ ਮੇਰੀ ਐਡਮਿਸ਼ਨ GNE ਹੁੰਦੀ ਅਤੇ ਸਾਨੂੰ ਇਲੈਕਟ੍ਰੀਕਲ ਇੰਜੀਨੀਅਰਿੰਗ ਮਿਲਦੀ ਹੈ। ਮੇਰਾ ਰੋਲ ਨੰਬਰ ਹੁੰਦਾ 1243832 ਅਤੇ ਸਿੱਧੂ ਦਾ ਰੋਲ ਨੰਬਰ ਹੁੰਦਾ 1243828। ਜੀ ਮਤਲਬ ਸਾਡਾ ਗਰੁੱਪ ਆਲਮੋਸਟ ਹਰੇਕ ਵਾਰ ਸੇਮ ਜਿਹਾ ਹੀ ਬਣਦਾ ਜਦੋਂ ਵੀ ਵਾਈਵਾ ਹੁੰਦਾ ਕੁਛ ਹੁੰਦਾ। ਤਾਂ ਮੈਨੂੰ ਯਾਦ ਆ ਸਾਡੀ ਪਹਿਲੀ ਇੰਟਰੈਕਸ਼ਨ ਜਿਹੜੀ ਹੋਈ ਉਹ ਫਿਜ਼ਿਕਸ ਲੈਬ ਸੀਗੀ ਅਤੇ ਫਿਜ਼ਿਕਸ ਲੈਬ ਦੇ ਵਿੱਚ ਸਿੱਧੂ ਬੈਠਾ ਅਤੇ ਉਹਦੇ ਨਾਲ ਹੀ ਮੈਂ ਬੈਠਾ ਅਤੇ ਉਦੋਂ ਅਸੀਂ 1-on-1 ਕੋਈ ਕਨਵਰਸੇਸ਼ਨ ਨਹੀਂ ਕੀਤੀ ਸੀ। ਬਸ ਮੈਨੂੰ ਐਂ ਸੀ ਕਿ ਲੰਬਾ ਝੰਬਾ ਜਿਹਾ ਪਤਲਾ ਜਿਹਾ ਮੁੰਡਾ ਥੋੜ੍ਹਾ ਦੇਖਣ ਨੂੰ ਦੂਰੋਂ ਦਿਖਦਾ ਸੀ ਜੀ ਅਤੇ ਮੈਂ ਕੋਲ ਬੈਠਾ ਅਤੇ ਇਹਦੇ ਨਾ ਫੋਨ ਦੇ ਉੱਤੇ ਇੱਕ ਕਾਲੇ ਰੈਪਰ ਦੀ ਫੋਟੋ ਲੱਗੀ ਹੋਈ ਸੀ। ਜੀ ਸਾਡੀ ਫਿਜ਼ਿਕਸ ਟੀਚਰ ਫੋਨ ਦੇਖਦੀ ਹੈ ਇਹਦਾ ਅਤੇ ਕਹਿੰਦੀ ਉਹ ਥੋੜ੍ਹੇ ਗੁਰਮਤ ਖਿਆਲ ਦੇ ਸੀ ਅਤੇ ਉਹਨਾਂ ਨੇ ਉਸੇ ਤਰੀਕੇ ਨਾਲ ਇੱਕ ਸਿੱਖ ਨੌਜਵਾਨ ਦੇ ਜਦੋਂ ਫੋਟੋ ਦੇਖੀ ਤਾਂ ਉਹ ਕਹਿੰਦੇ ਕਿ ਇਹੋ ਜਿਹਾ ਬਣਨਾ ਆ, ਕੀ ਲਾਈ ਫਿਰਦਾ ਪੁੱਤ ਆਪਣੇ ਫੋਨ 'ਤੇ। ਤਾਂ ਇਹਦਾ ਇੱਕੋ ਜਵਾਬ ਸੀ, ਥੱਲੇ ਨੀਵੀਂ ਪਾ ਕੇ ਰੱਖਦਾ ਸੀ ਹਮੇਸ਼ਾ। ਕਦੇ ਇਹਨੇ ਤੁਸੀਂ ਅੱਜ ਵੀ ਦੇਖਿਆ ਹੋਊਗਾ ਕਿ ਇਹਦੀ ਇੰਟਰਵਿਊਜ਼ ਤੱਕ ਹੁਣ ਤੱਕ ਜਿੰਨੀਆਂ ਵੀ ਨੇ ਇਹ ਜ਼ਿਆਦਾਤਰ ਕਿਸੇ ਨਾਲ ਅੱਖ ਮਿਲਾ ਕੇ ਨਹੀਂ ਦੇਖਦਾ ਹੁੰਦਾ ਸੀ, ਖਾਸ ਕਰ ਕਿਸੇ ਕੁੜੀ ਜਾਂ ਕਿਸੇ ਔਰਤ ਦੇ। ਜੀ ਅਤੇ ਇਹਨੇ ਥੱਲੇ ਨੀਵੀਂ ਪਾ ਕੇ ਕਿਹਾ ਹਾਂਜੀ ਇਹਦੇ ਵਰਗਾ ਹੀ ਬਣਨਾ। ਅਤੇ ਮੈਨੂੰ ਮਾਣ ਹੈ ਕਿ ਉਹਦੇ ਵਰਗਾ ਤਾਂ ਮੈਂ ਕੀ ਕਹਾਂ, ਉਹ ਤੋਂ ਵੀ ਕਿਤੇ ਵੱਧ ਕੇ ਬਣ ਕੇ ਉਹ ਬੰਦਾ ਨਿਕਲਿਆ। ਬਿਲਕੁਲ। ਅਤੇ ਉਹ ਮੇਰੀ ਉਹਦੇ ਨਾਲ ਪਹਿਲੀ ਇੰਟਰੈਕਸ਼ਨ ਸੀ। ਅਤੇ ਉਸ ਤੋਂ ਬਾਅਦ 'ਚੋਂ ਅਸੀਂ ਹੋਸਟਲ ਆਏ ਤਾਂ ਸਾਡਾ 3-4 ਜਣਿਆਂ ਦਾ ਗਰੁੱਪ ਬਣਿਆ, ਮੇਰਾ, ਸਹਿਜ ਦਾ, ਸਿੱਧੂ ਦਾ। ਅਸੀਂ ਸਾਰਾ ਦਿਨ ਮੈਸ 'ਚ ਇਕੱਠੇ, ਕਾਲਜ ਵਿੱਚ ਕਲਾਸਾਂ 'ਚ ਇਕੱਠੇ ਅਤੇ ਮੁੜ ਕੇ ਰਾਤ ਨੂੰ ਬਸ ਸੌਣ ਆਪਣੇ ਆਪਣੇ ਕਮਰਿਆਂ 'ਚ ਜਾਂਦੇ ਸੀ। ਨਹੀਂ ਤਾਂ ਅਸੀਂ ਲਗਾਤਾਰ ਇਕੱਠਿਆਂ ਨਹੀਂ ਰਹਿਣਾ, ਸਾਰਾ ਟਾਈਮ ਸਪੈਂਡ ਕਰਨਾ ਅਤੇ ਇੱਦਾਂ ਹੀ ਸਾਡਾ ਮਤਲਬ ਪਹਿਲੀ ਇੰਟਰੈਕਸ਼ਨ ਹੋਈ। ਜੀ ਹਾਂਜੀ। ਖਾਸ ਗੱਲ ਜਿਹੜੀ ਤੁਹਾਨੂੰ ਅੱਜ ਵੀ ਟੁੰਬਦੀ ਹੋਵੇ ਜਾਂ ਤੁਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਵੀ ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਉਵੇਂ ਨਹੀਂ ਪਤਾ ਸੀਗਾ, ਗਾਉਣ ਦਾ ਉਹਨੂੰ ਜਨੂੰਨ ਸੀਗਾ, ਉਹ ਕਹਿੰਦਾ ਸੀ ਵੀ ਮੈਂ ਕੁਛ ਕਰਨਾਗਾ, ਪਰ ਖਾਸ ਗੱਲ ਜਿਹੜੀ ਤੁਹਾਨੂੰ ਅੱਜ ਵੀ ਲੱਗਦੀ ਹੋਵੇ ਵੀ ਹਾਂ ਐਂ ਵੀ ਉਹਨੇ ਕਿਹਾ ਸੀ ਅਤੇ ਐਂ ਕੀਤਾ ਵੀ। ਮੈਂ ਤੁਹਾਨੂੰ ਦੱਸਦਾ ਜਿੱਦਾਂ ਸ਼ੁਰੂ ਤੋਂ ਨਾ ਉਹਦੇ 'ਚ ਕੌਨਫੀਡੈਂਸ ਬਹੁਤ ਸੀ, ਭਾਵੇਂ ਉਹ ਇੱਕ ਬੈਕਵਰਡ ਸਰਟੀਫਿਕੇਟ ਲੈ ਕੇ ਆਇਆ ਸੀ ਸਾਡੇ ਕਾਲਜ। ਅਤੇ ਬੈਕਵਰਡ ਸਰਟੀਫਿਕੇਟ ਨਾਲ ਬੰਦਾ ਜਿਹੜਾ ਆਉਂਦਾ ਕਿ ਉਹਨੂੰ ਇਹ ਸਰਕਾਰ ਖੁਦ ਕਹਿੰਦੀ ਹੈ ਕਿ ਬੰਦਾ ਪਿਛੜੇ ਜਿਹੇ ਇਲਾਕੇ 'ਚੋਂ ਇਹਨੂੰ ਥੋੜ੍ਹਾ ਜਿਹਾ ਉਭਾਰਦੀ ਹੈ ਜੀ। ਪਰ ਉਹ ਉੱਥੇ ਲੁਧਿਆਣੇ ਦੇ ਵਿੱਚ ਜਾ ਕੇ ਐਡੇ ਵੱਡੇ ਇੰਸਟੀਚਿਊਟ 'ਚ ਐਡਮਿਸ਼ਨ ਲੈ ਕੇ ਵੀ ਕਦੇ ਝਿਜਕਦਾ ਨਹੀਂ ਸੀ ਕਿ ਮੈਂ ਬਹੁਤ ਪਿਛੜੇ ਜਿਹਾ ਆਇਆ ਜਾਂ ਕਿਵੇਂ। ਕਦੇ ਵੀ ਸਾਡੇ ਜਿੱਦਾਂ ਕਾਲਜ 'ਚ ਸਬੱਬ ਬਣ ਜਾਂਦਾ, ਕਈ ਵਾਰ ਟੀਚਰ ਲੇਟ ਹੁੰਦਾ ਜਾਂ ਟੀਚਰ ਕਈ ਵਾਰ ਕਹਿੰਦਾ ਅੱਜ ਪੜ੍ਹਾਉਣ ਨੂੰ ਕੁਛ ਨਹੀਂ, ਤਾਂ ਉਹਨਾਂ ਨੇ ਕਹਿਣਾ ਕਿ ਚਲੋ ਅੱਜ ਫਿਰ ਗਾਣਾ ਕੋਈ ਸੁਣਾਊਗਾ ਜਾਂ ਕੁਛ। ਤਾਂ ਸਿੱਧੂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਨਹੀਂ ਗਾਉਂਦਾ, ਚਾਹੇ ਉਹਨੂੰ ਉਹਦੇ ਪਿੱਠ ਪਿੱਛੇ ਕਈ ਕਹਿ ਵੀ ਦਿੰਦੇ ਸੀ ਕਿ ਕਾਹਦੀ ਸੰਗ ਹੈ ਤੈਨੂੰ, ਹੈ ਨਾ, ਗਾ ਦੇ, ਜਿਵੇਂ ਸਲੈਂਗ ਜਿਹਾ ਵਰਤਿਆ ਜਾਂਦਾ ਮਰਾਸੀ ਨੂੰ ਕਾਹਦੀ ਸੰਗ। ਪਰ ਉਹਦੀ ਮਿਹਨਤ ਸੀ ਜਾਂ ਉਹਦਾ ਏਮ ਸੀ ਕਿ ਉਹ ਚੀਜ਼ਾਂ 'ਤੇ ਵੀ ਉਹਨੂੰ ਕਦੇ ਡਿਸਟਰੈਕਟ ਨਹੀਂ ਹੋਇਆ ਅਤੇ ਉਹਨੇ ਗਾਣੇ ਸੁਣਾਉਣੇ। ਅਤੇ ਸਾਨੂੰ ਉਦੋਂ ਲੱਗਦਾ ਸੀ ਕਿ ਯਾਰ ਇਹ ਬੰਦਾ ਸੱਚੀਓ ਬਹੁਤ ਵਧੀਆ ਗਾਉਂਦਾ। ਜਿਹੜੀ ਕਿ ਚੀਜ਼ ਮੈਨੂੰ ਅੱਜ ਵੀ ਦੁੱਖ ਦਿੰਦੀ ਹੈ ਕਿ ਕਦੇ ਲੋਕਾਂ ਨੇ ਇੱਦਾਂ ਨਹੀਂ ਕਿਹਾ ਕਿ ਯਾਰ ਸਿੱਧੂ ਮੂਸੇਵਾਲਾ ਬਹੁਤ ਵਧੀਆ ਗਾਉਂਦਾ ਵੀ ਹੈ। ਅਤੇ ਉੱਥੋਂ ਸ਼ੁਰੂ ਹੋਈ ਅਤੇ 2012 ਦਾ ਮੈਨੂੰ ਯਾਦ ਆ, ਅਸੀਂ ਹੋਸਟਲ 'ਚ ਬੈਠੇ ਤਾਂ ਇਹਨੇ ਇੱਕ ਯਾਰੀ 'ਤੇ ਗਾਣਾ ਲਿਖਿਆ ਜੀ। ਸ਼ਾਇਦ ਸਾਡੇ ਗਰੁੱਪ 'ਚ ਸਭ ਤੋਂ ਜ਼ਿਆਦਾ ਜੇ ਉਹਦੀ ਕ੍ਰਿਟਿਕ ਸੀਗਾ ਜਾਂ ਉਹਦੀ ਨਿਖੇਧੀ ਕਰਦਾ ਸੀ ਤਾਂ ਮੈਂ ਹੀ ਸੀਗਾ। ਹਮੇਸ਼ਾ ਜੇ ਉਹਨੂੰ ਟੋਕਣਾ, ਆਹ ਗਲਤ ਕਰੀ ਜਾਂਦਾ, ਮੈਂ ਨਾਲ ਦੀ ਨਾਲ ਉਹਦੇ ਮੂੰਹ 'ਤੇ ਕਹਿ ਦੇਣਾ ਜੀ। ਉਹਨੇ ਗਾਣਾ ਲਿਖਿਆ ਅਤੇ ਮੈਂ ਕਿਹਾ ਯਾਰ ਨਾ ਗੱਲ ਜੀ ਨਹੀਂ ਬਣੀ, ਹੈ ਨਹੀਂ। ਅਤੇ ਮੁੜ ਕੇ 2016 'ਚ ਸਾਡਾ ਬੈਚ ਪਾਸ ਆਊਟ ਹੋਣ ਦੇ ਜਿਹੜਾ ਲਾਸਟ ਈਅਰ ਸੀ ਉਦੋਂ ਤੱਕ ਉਹਨੇ ਕੋਈ ਗਾਣਾ ਹੀ ਨਹੀਂ ਲਿਖਿਆ। ਉਸ ਤੋਂ ਬਾਅਦ 'ਚ ਉਹਨੇ ਛੱਡਤਾ, ਕਹਿੰਦਾ ਯਾਰ ਤੇਜੀ ਤੂੰ ਮੇਰਾ ਮਨ ਹੀ ਖਰਾਬ ਕਰਤਾ, ਮੈਂ ਨਹੀਂ ਲਿਖਦਾ। ਅਤੇ ਚਲੋ ਇਹਨੇ ਗਾਣੇ ਸ਼ੁਰੂ ਕੀਤੇ, ਗਾਣਾ ਗਾਉਣ ਲੱਗ ਪਿਆ, ਪਰ ਕਦੇ ਵੀ ਇਹਨੇ ਐ ਨਹੀਂ ਸੋਚਿਆ ਸੀ ਕਿ ਮੈਂ ਜ਼ਰੂਰ, ਇਹਨੂੰ ਇਹ ਸੀ ਕਿਉਂਕਿ ਸ਼ੁਰੂ ਤੋਂ ਸਕੂਲ ਤੋਂ ਵਾਰਾਂ ਵੂਰਾਂ ਗਾਉਂਦਾ ਆਇਆ ਸੀ ਕਾਫੀ ਕੁਛ। ਸਕੂਲ ਟਾਈਮ ਤੋਂ ਵੀ ਇਹਦੇ ਪਿੱਛੇ ਦਾ ਬੈਕਗਰਾਊਂਡ ਦਿਖਦੀ ਸੀ ਕਿ ਬੰਦੇ ਦਾ ਗਲਾ ਪੂਰਾ ਸ਼ਾਰਪ ਹੈ, ਸਾਰਾ ਕੁਛ ਹੈ। ਅਤੇ ਇਹ ਬੜਾ ਕਰੇਵ ਕਰਦਾ ਹੁੰਦਾ ਸੀ ਗੋਰਿਆਂ ਕਾਲਿਆਂ ਨੂੰ, ਪਤਾ ਨਹੀਂ ਇੰਨੇ ਇਹ ਏਰੀਏ 'ਚੋਂ ਮੂਸੇ ਤੋਂ ਹੋ ਕੇ ਵੀ ਕਿਵੇਂ ਉਹਨੂੰ, ਸਾਡੇ ਨਾਲੋਂ ਵੀ ਅਸੀਂ ਸ਼ਹਿਰਾਂ 'ਚੋਂ ਆਉਂਦੇ ਸੀ, ਸਾਡੇ ਨਾਲੋਂ ਵੱਧ ਉਹਨੂੰ ਟਪਾਕ ਬਾਰੇ ਪਤਾ ਸੀ ਜਾਂ ਬੋਹੇਮੀਆ ਹੋ ਗਿਆ ਜਾਂ ਕੋਈ ਹੋਰ ਹੋ ਗਿਆ, ਜਿੰਨੇ ਵੀ ਰੈਪਰਸ ਸੀਗੇ ਜਾਂ ਉਹ ਬਹੁਤ ਸੁਣਦਾ ਰਹਿੰਦਾ ਸੀ ਉਹਨਾਂ ਨੂੰ। ਉਹਨੇ ਉਹੀ ਚੀਜ਼ਾਂ ਸੁਣੀ ਜਾਣੀਆਂ ਬਾਰ-ਬਾਰ, ਉਹੀ ਚੀਜ਼ਾਂ ਫਿਰ ਕਦੇ ਦੱਸੀ ਜਾਣੀਆਂ, ਆਹ ਕਾਲੇ ਨਾਲ ਐਵੇਂ ਹੋਇਆ ਸੀ, ਇਹਨੇ ਫਿਰ ਉੱਥੇ ਆਹ ਗਾਇਆ, ਉਹਨੇ ਐਂ ਕੀਤਾ, ਉਹਨੇ ਇੱਦਾਂ ਕਰਤਾ। ਇਹ ਚੀਜ਼ਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਸੀ ਉਹਦੇ ਨਾਲ। ਅਤੇ ਪਰ ਸਾਡੀ ਕਲਾਸ 'ਚ ਮਤਲਬ ਇਲੈਕਟ੍ਰੀਕਲ ਡਿਪਾਰਟਮੈਂਟ 'ਚ ਤਾਂ ਇਹ ਪਤਾ ਲੱਗ ਗਿਆ ਸੀ ਸਾਰਿਆਂ ਨੂੰ ਕਿ ਹਾਂ ਵੀ ਸਿੱਧੂ ਗਾ ਲੈਂਦਾ। ਫਿਰ ਕੀ ਹੋਇਆ ਕਿ ਆਪਾਂ ਇਹਨੂੰ
ਸਾਡੇ ਜੈਨੇਸਿਸ ਹੁੰਦਾ ਸੀ ਐਵਰੀ ਈਅਰ, ਜੀ ਤੇ ਜੈਨੇਸਿਸ ਵੇਲੇ ਇਹਨੇ ਤਿਆਰੀ ਕੀਤੀ ਤੇ ਗਾਣੇ ਦੀ ਤਿਆਰੀ ਕੀਤੀ ਤੇ ਕਹਿੰਦੇ ਵੀ ਅੱਜ ਸਿੱਧੂ ਵੀ ਕਹਿੰਦਾ ਕਿ ਚੱਲ ਮੈਂ ਐਤਕੀ ਜੈਨੇਸਿਸ ਤੇ ਗਾਣਾ ਗਾਉਣਾ, ਪ੍ਰਪੇਅਰ ਕਰ ਲਿਆ। ਕੰਪੀਟੀਸ਼ਨ 'ਚ ਨਹੀਂ, ਵੈਸੇ ਹੀ ਕਿ ਜਿੱਦਾਂ ਕਹਿ ਨਹੀਂ ਦਿੰਦੇ 5 ਮਿੰਟ ਦੇ ਦਿਓ ਮੈਂ ਇੱਕ ਗਾਣਾ ਗਾ ਜੂੰਗਾ। ਪਰ ਸਾਰਾ ਦਿਨ ਸਿੱਧੂ ਮਲੱਠੀ ਮੂੰਹ 'ਚ ਪਾ ਕੇ ਪਿੱਛੇ ਸਟੇਜ 'ਤੇ ਖੜਾ ਰਿਹਾ, ਤੇ ਪਰ ਇਹਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ ਗਿਆ। ਸ਼ਾਇਦ ਮੌਕਾ ਨਹੀਂ ਮਿਲਿਆ ਜਾਂ ਉਹਨਾਂ ਕੋਲ ਟਾਈਮ ਦੀ ਘਾਟ ਸੀ ਜੀ, ਪਰ ਉਦੋਂ ਸਿੱਧੂ ਨੂੰ ਬ੍ਰੇਕ ਨਹੀਂ ਮਿਲੀ ਉੱਥੇ। ਫਿਰ ਸਿੱਧੂ ਬੋਲੀਆਂ ਲਈ ਸਿਲੈਕਟ ਹੋ ਜਾਂਦਾ ਸਾਡੇ ਕਾਲਜ ਦੀ ਭੰਗੜਾ ਟੀਮ ਲਈ ਜੀ, ਤੇ ਉਹਦੇ ਲਈ ਇਹ ਕਹਿੰਦਾ ਕਿ ਮੈਨੂੰ ਥੋੜ੍ਹਾ ਸਿੱਖਣ ਦੀ ਲੋੜ ਹੈ। ਤਾਂ ਉਦੋਂ ਸਾਡੇ ਲੁਧਿਆਣੇ ਦੇ ਹੀ ਹਰਵਿੰਦਰ ਬਿੱਟੂ ਜੀ ਸੀ, ਜੀ ਜੇ ਮੈਂ ਨਾਮ ਨਾ ਗਲਤ ਲੈਂਦਾ ਹੋਵਾਂ, ਤੇ ਉਹਦੇ ਕੋਲੋਂ ਇਹਨੇ ਸਿੱਖਣਾ ਸ਼ੁਰੂ ਕੀਤਾ। ਮੈਨੂੰ ਯਾਦ ਹੈ ਤੇ 500 ਰੁਪਈਆ ਉਹ ਇੱਕ ਸਿਟਿੰਗ ਦਾ ਲੈਂਦੇ ਹੁੰਦੇ ਸੀ ਜੀ। ਤੇ ਇਹਨੇ ਉਹਨਾਂ ਕੋਲੇ ਜਾਣਾ ਸ਼ੁਰੂ ਕੀਤਾ, ਬੋਲੀਆਂ 'ਚ ਆਇਆ। ਫਿਰ ਇਹਨੇ ਬੋਲੀਆਂ ਤੋਂ ਬਾਅਦ 'ਚੋਂ ਸਿੰਗਲ ਜਿਹੜਾ ਇਹਨਾਂ ਦਾ ਕੰਪੀਟੀਸ਼ਨ ਹੁੰਦਾ ਜੀ, ਉਹ 'ਚ ਵਾਰ ਗਾਣੀ ਸ਼ੁਰੂ ਕੀਤੀ। ਤਾਂ ਇਸ ਤਰੀਕੇ ਨਾਲ ਇਹ ਸਿੰਗਿੰਗ ਦੇ ਹੋਰ ਨੇੜੇ ਹੋਈ ਗਿਆ, ਕੰਪੀਟੀਸ਼ਨਾਂ 'ਚ ਜਾਣ ਲੱਗ ਪਿਆ। ਫਿਰ ਕਾਲਜ ਦੇ ਵੀ ਕੰਪੀਟੀਸ਼ਨ 'ਚ ਆਇਆ, ਉੱਥੇ ਵੀ ਇਹ ਕੋਈ ਪੋਜੀਸ਼ਨ 'ਤੇ ਆਇਆ। ਆਈ ਥਿੰਕ ਅੰਕਲ ਵੀ ਉਦੋਂ ਦੇਖਣ ਆਏ ਸੀ ਫਾਈਨਲ ਈਅਰ 'ਚ ਇਹਦੀ ਜਿਹੜੀ ਸਿੰਗਿੰਗ ਸੀਗੀ। ਤੇ ਹੌਲੀ ਹੌਲੀ ਕੀ ਹੋਇਆ ਕਿ ਸਾਨੂੰ ਇਹ ਹੋਇਆ ਕਿ ਹੁਣ ਸਿੱਧੂ ਗਾ ਤਾਂ ਲੈਂਦਾ, ਸਾਨੂੰ ਹੁਣ ਇੱਕ ਗਾਣੇ ਦੀ ਲੋੜ ਹੈ ਕਿ ਜਿਹੜਾ ਸਾਨੂੰ ਲੱਭ ਜੇ ਨਾ ਕਿਤੇੋਂ, ਕਿ ਕੋਈ ਲਿਖ ਕੇ ਗਾਣਾ ਦੇ ਦੇ ਜੀ। ਜਦ ਕਿ 2012 ਵਾਲਾ ਸਿੱਧੂ ਉਹਦੇ ਅੰਦਰ ਹਜੇ ਵੀ ਸੀਗਾ, ਜਿਹੜੇ ਲਿਖ ਵੀ ਲੈਂਦਾ ਸੀ ਕਿਤੇ ਨਾ ਕਿਤੇ, ਪਰ ਉਹ ਦਬਿਆ ਜਿਹਾ ਹੋਇਆ ਸੀ। ਤੇ ਉਹਦੇ ਰਿਗਾਰਡਿੰਗ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਗਾਣੇ ਲਈ ਅਸੀਂ ਇੰਟਰੈਕਟ ਕਰਦੇ ਰਹੇ ਕਿ ਕਦੇ ਕੋਈ ਮਿਲ ਜੇ ਜਿਹੜਾ ਗਾਣਾ ਦੇ ਦੇ, ਗਾਣਾ ਤਾਂ ਇਹ ਗਾਈ ਦਊ। ਜਿੱਦਾਂ ਜੈਨੇਸਿਸ 'ਤੇ ਸਾਡੇ ਕੋਈ ਲਿਰਿਸਿਸਟ ਆਇਆ ਸੀ ਤੇ ਉਦੋਂ ਉਹਨੇ 2 ਸਿੰਗਰ ਸੀ ਉਹਦੇ ਨਾਲ ਜਿਹੜੇ ਉਹਦਾ ਗਾਣਾ ਗਾਉਂਦੇ ਸੀ ਜੀ, ਤੇ ਉਹਦੇ ਨਾਲ ਅਸੀਂ ਇੰਟਰੈਕਟ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਬੜੇ ਲਾਰੇ ਲਾਏ ਸਿੱਧੂ ਨੂੰ ਕਿ ਆ ਜਾ, ਬੜਾ ਦਬਦਬਾ ਜਿਹਾ ਬਣਾਇਆ ਨਾ, ਜਿੱਦਾਂ ਉਸ ਟਾਈਮ ਸਿੰਗਰਾਂ ਦਾ ਰਹਿੰਦਾ ਸੀ, ਸ਼ਾਇਦ ਅੱਜ ਵੀ ਹੋਵੇ, ਮੈਂ ਤਾਂ ਹੋਰਾਂ ਸਿੰਗਰਾਂ ਨੂੰ ਮਿਲਿਆ ਨਹੀਂ ਇੰਨਾ। ਉਹ ਬੜਾ ਪ੍ਰਭਾਵ ਜਿਹਾ ਪਾਉਂਦੇ ਹੁੰਦੇ ਸੀ, ਘੋੜੀਆਂ ਰੱਖੀਆਂ, ਕੁੱਤੇ ਰੱਖੇ, ਬਾਈ ਆ ਜਾ ਯਾਰ ਤੈਨੂੰ ਗਾਣਾ ਦੇਵਾਂਗੇ, ਹੈ ਨਾ। ਤੇ ਸਿੱਧੂ ਗਿਆ, ਸਿੱਧੂ ਪੂਰਾ ਖੁਸ਼, ਬਾਈ ਇਹਨੇ ਗਾਣਾ ਦੇ ਦੇਣਾ। ਭੋਲਾ ਜਿਹਾ ਹੁੰਦਾ ਸੀ ਸ਼ੁਰੂ ਤੋਂ, ਤੇ ਸਿੱਧੂ ਕਹਿੰਦਾ ਬਾਈ ਇਹਨੇ ਆਪਾਂ ਨੂੰ ਗਾਣਾ ਦੇ ਦੇਣਾ ਤੇ ਆਪਾਂ ਗਾਣਾ ਗਾ ਦੇਣਾ ਤੇ ਆਪਣਾ ਦੇਖੀ ਗਾਣਾ। ਉਦੋਂ ਉਹਦੇ ਚੱਲਦੇ ਵੀ ਸੀ ਥੋੜ੍ਹੇ। ਤੇ ਸਿੱਧੂ ਨੂੰ ਕਦੇ ਉਹਨੇ ਸਵੇਰੇ ਕਹਿ ਦੇਣਾ, ਸਿੱਧੂ ਉੱਠ ਬਈ ਮੈਂ ਫਲਾਨੀ ਮਹਿਫਲ 'ਚ ਬੈਠਾ, ਇੱਥੇ ਆਹ ਸਿੰਗਰ ਬੈਠੇ ਨੇ, ਗਾਈ ਗਾਣਾ। ਸਿੱਧੂ ਵਿਚਾਰੇ ਨੇ ਫਿਰ ਭੋਲੇ ਨੇ ਉੱਥੇ ਹੀ ਗਾਣਾ ਗਾਉਣ ਲੱਗ ਪੈਣਾ। ਕਈ ਵਾਰ ਜਿੱਦਾਂ ਆਪਾਂ ਜਾਂਦੇ ਹਾਂ, ਨਹਾਉਣ ਜਾਂਦੇ ਹਾਂ, ਅਤੇ ਉੱਥੇ ਆਪਣੇ ਹੋਸਟਲ 'ਚ ਨਾ ਬਾਥਰੂਮ ਅੱਡ ਹੁੰਦੇ ਨੇ ਜੀ। ਜ਼ਿਆਦਾਤਰ ਇੰਨੀ ਲਗਜ਼ਰੀ ਸਾਡੇ ਹੋਸਟਲਾਂ 'ਚ ਤਾਂ ਹੁੰਦੀ ਨਹੀਂ ਕਿ ਨਾਲ ਅਟੈਚ ਵਾਸ਼ਰੂਮ, ਅੱਜ ਮਿਲਣ ਲੱਗ ਪਏ ਹੋਣਗੇ, ਉਸ ਟਾਈਮ ਨਹੀਂ ਹੁੰਦੀ। ਅਤੇ ਇਹਨੇ ਫੋਨ ਨਾਲ ਲੈ ਜਾਣਾ, ਤਾਂ ਕਈ ਵਾਰ ਵਿਚਾਰੇ ਨੇ ਸ਼ਾਵਰ 'ਚ ਵੀ ਉਹ ਗਾਣੇ ਗਾਏ ਕਿ ਕਹਿਤਾ ਬਾਈ ਮਹਿਫਲ 'ਚ ਬੈਠੇ ਨੇ ਅਤੇ ਭੋਲੇ ਜਿਹੇ ਨੇ ਫਿਰ ਗਾਣਾ ਗਾ ਦੇਣਾ ਅਤੇ ਗਾ ਕੇ ਕਹਿਣਾ ਕਿ ਬਾਈ ਆਪਣਾ ਤਾਂ ਹੋ ਜੂ। ਪਰ ਜਦੋਂ ਉਹਦੇ ਨਾਲ ਇੰਸੀਡੈਂਟ ਹੋਇਆ ਕਿ ਪਿੰਡ ਜਾ ਕੇ ਉਹਦੇ ਪਹੁੰਚਿਆ ਹੋਇਆ ਅਤੇ ਮੀਂਹ ਪਈ ਜਾਂਦਾ, ਜਿਹੜਾ ਸਾਰਿਆਂ ਨੂੰ ਪਤਾ ਇਹਨੇ, ਹਾਂਜੀ, ਉਸ ਤੋਂ ਬਾਅਦ 'ਚ ਇਹਨੇ ਠਾਣ ਲਿਆ ਕਿ ਬਾਈ ਲਿਖੂੰ ਤਾਂ ਮੈਂ ਹੀ ਲਿਖੂੰ ਅਤੇ ਜੋ ਹੋਊਗਾ ਦੇਖੀ ਜਾਊ। ਇਹਨੇ ਉਦੋਂ ਗਾਣਾ ਲਿਖਿਆ ਸੀ, ਆਈ ਥਿੰਕ, ਪਤਾ ਨਹੀਂ ਹੁਣ ਰਿਕਾਰਡ ਹੈਗਾ ਕਿ ਨਹੀਂ, ਉਹ ਜਿਹੜਾ ਪਹਿਲਾ ਗਾਣਾ ਇਹਨੇ ਮੈਨੂੰ ਸੁਣਾਇਆ ਸੀ ਉਹ ਮਹਾਕਾਲ ਸੀਗਾ ਗਾਣਾ ਜੀ, ਲਿਖ ਕੇ, ਹਜੇ ਤੱਕ ਤਾਂ ਆਇਆ ਨਹੀਂ। ਅਤੇ ਉਹ ਗਾਣਾ ਲਿਖਿਆ ਅਤੇ ਮੈਂ ਕਿਹਾ ਸਿੱਧੂ ਗੱਲ ਹੈਗੀ ਹੈ। ਹੁਣ ਸਾਡੇ ਕੋਲ ਗਾਣਾ ਵੀ ਹੋ ਗਿਆ ਸੀ, ਆਵਾਜ਼ ਵੀ ਸੀ ਜੀ, ਸਾਨੂੰ ਮਿਊਜ਼ਿਕ ਚਾਹੀਦਾ ਸੀ ਅਤੇ ਸਾਨੂੰ ਵੀਡੀਓ ਚਾਹੀਦੀ ਸੀ। ਹਾਂ, ਸਾਨੂੰ ਮੇਰਾ ਅਤੇ ਸਿੱਧੂ ਦਾ ਕੁਦਰਤੀ ਇਹ ਰਿਹਾ ਕਿ ਅਸੀਂ ਬਹੁਤ ਚੀਜ਼ਾਂ ਸ਼ੁਰੂ ਤੋਂ ਡਿਸਕਸ ਕਰਦੇ ਰਹੇ, ਐਂਡ ਦੇ ਟਾਈਮ ਤੱਕ ਕੋਈ ਗਾਣਾ ਕੱਢਣਾ, ਕੋਈ ਵੀਡੀਓ ਕਰਨੀ ਹੈ, ਅਤੇ ਅਸੀਂ ਆਪਸ 'ਚ ਬਹੁਤ ਡਿਸਕਸ ਕਰਦੇ ਹੁੰਦੇ ਸੀ ਕਿ ਇਹਦੇ ਕਿੱਦਾਂ ਕਰਨਾ ਜਾਂ ਕਿਵੇਂ ਕਰਨਾ। ਤਾਂ ਮੈਂ ਸਿੱਧੂ ਨੂੰ ਸਲਾਹ ਦਿੱਤੀ, ਮੈਂ ਕਿਹਾ ਦੇਖ ਬਾਈ ਆਪਾਂ ਨੂੰ ਹੁਣ ਨਾ ਕਾਲਜ ਵਾਲੇ ਤਾਂ ਜਾਣਦੇ ਨੇ, ਕਾਲਜ 'ਚ ਆਪਣਾ ਪੂਰੀ ਬਣੀ ਹੋਈ ਕਿ ਸਿੱਧੂ ਗਾਣਾ ਗਾ ਜਾਂਦਾ, ਜੇ ਆਪਾਂ ਫਾਈਨਲ ਈਅਰ ਤੱਕ ਗਾਣਾ ਕੱਢ ਜਾਈਏ ਤਾਂ ਆਪਣੇ ਕੋਲ ਇੰਨਾ ਕੁ ਤਾਂ ਫੈਨ ਬੇਸ ਟਾਈਪ ਹੈਗਾ ਕਿ ਜਿਹੜੇ ਸੁਣਨਗੇ ਅਤੇ ਅੱਗੇ ਕਹਿ ਦੇਣਗੇ ਕਿ ਸਾਡੇ ਕਾਲਜ ਦੇ ਮੁੰਡੇ ਦਾ ਗਾਣਾ ਹੈ ਜੀ। ਅਤੇ ਅਸੀਂ ਇਸ ਤੁੱਕ 'ਚ ਤੁਰ ਪਏ ਬਾਈ, ਕਦੇ ਅਸੀਂ ਕਿਸੇ ਨੂੰ ਫੋਨ ਲਾਈਏ, ਕਦੇ ਕਿਸੇ ਨੂੰ ਲਾਈਏ ਕਿ ਮਿਊਜ਼ਿਕ ਦਾ, ਕੋਈ ਬਾਈ ਸਾਡੇ ਤੋਂ 2.5 ਲੱਖ ਮੰਗ ਲਏ, ਕੋਈ 3 ਲੱਖ ਮੰਗ ਲਏ, ਪਰ ਅਸੀਂ ਬਾਈ ਆਮ ਜਿਹੇ ਘਰਾਂ ਦੇ ਸੀਗੇ ਅਤੇ ਸਾਡੇ ਕੋਲ ਇੰਨਾ ਪੈਸਾ ਹੈ ਨਹੀਂ ਸੀ ਕਿ ਅਸੀਂ 2.5 ਲੱਖ ਪਹਿਲਾਂ ਮਿਊਜ਼ਿਕ ਵਾਲੇ ਨੂੰ ਦਈਏ, ਫਿਰ ਪੈਸੇ ਦਈਏ। ਫਿਰ ਅਸੀਂ ਸੋਚਿਆ ਕਿ ਯਾਰ ਇੱਦਾਂ ਕਰਦੇ ਹਾਂ ਕਿ ਆਪਾਂ ਨਾ ਹੋਸਟਲ 'ਚੋਂ ਪੈਸੇ ਪੂਸੇ ਇਕੱਠੇ ਕਰ ਲੈਂਦੇ ਹਾਂ ਥੋੜ੍ਹਾ ਜਿਹਾ, ਅਤੇ ਸਾਡੀ ਮਦਦ ਕਰ ਦਿਓ। ਚਲੋ ਫਿਰ ਕਰਕੇ ਕਰ ਦੇਣਗੇ। ਅਸੀਂ ਫਿਰ ਭੋਲੇ ਜਿਹੇ ਉਵੇਂ ਤੁਰ ਪਏ। ਮੈਨੂੰ ਯਾਦ ਹੈ ਸ਼ਾਇਦ ਸਾਡੇ ਕੋਲ ਉਸ ਰਾਤ ਹੋਸਟਲ 'ਚ 25 ਰੁਪਏ ਇਕੱਠੇ ਹੋਏ ਸੀ ਸਾਰੇ ਕੁੱਲ। ਅਸੀਂ ਪੂਰਾ ਗੇੜਾ ਕੱਢਿਆ ਅਤੇ ਸਾਨੂੰ ਮੈਨੂੰ ਲੱਗਦਾ ਜਿੰਨੇ ਕੁ ਵੀ ਗਏ ਅਸੀਂ, ਅਤੇ ਸਾਡੇ ਕੋਲ 25 ਰੁਪਏ ਇਕੱਠੇ ਹੋਏ, ਅਤੇ ਅਸੀਂ ਕਿਹਾ ਨਹੀਂ ਇਹ ਵੀ ਗੱਲ ਨਹੀਂ ਬਣਦੀ। ਫਿਰ
ਅਸੀਂ ਧੱਕੇ ਧੋਲੇ ਖਾਂਦੇ ਅਸੀਂ ਇਹ ਸੋਚਿਆ ਕਿ ਆਪਾਂ ਗਾਣਾ ਨਾ ਦੇ ਦਈਏ ਕਿਸੇ ਨੂੰ ਪਹਿਲਾਂ। ਹਾਂ ਇਹ ਸ਼ਾਰਟਕਟ ਜਿਹਾ ਚੱਲਦਾ ਵੀ ਵਾਲਾ ਸੀ ਕਿ ਪਹਿਲਾਂ ਗਾਣੇ ਦੇ ਦਿਓ, ਨਾਮ ਜਿਹਾ ਬਣੇ ਤੇ ਫਿਰ ਆਪ ਗਾਣ ਲੱਗ ਪਓ। ਜੀ ਤੇ ਉਹਦੇ ਤਰੀਕੇ 'ਚ ਅਸੀਂ ਕਦੇ ਕਿਸੇ ਸਿੰਗਰ ਨੂੰ ਫੋਨ ਕੀਤਾ, ਕਦੇ ਕਿਸੇ ਸਿੰਗਰ ਦੀ ਕੋਈ ਕੰਟਰੋਵਰਸੀ ਚੱਲਦੀ ਹੋਵੇ ਕਿ ਉਹਨੂੰ ਵਿਚਾਰੇ ਨਾਲ ਉਹੀ ਘੜੀਸਿਆ ਜਾਂਦਾ, ਆਪਾਂ ਉਹਨੂੰ ਵੀ ਫੇਸਬੁੱਕ 'ਤੇ ਟੈਕਸਟ ਕਰ ਦੇਣੀ ਆ 4 ਲਾਈਨਾਂ ਲਿਖ ਕੇ ਕਿ ਸ਼ਾਇਦ ਸਾਡੀ ਗੱਲ ਸੋਚ ਕੇ ਉਹ ਕਿਤੇ ਗਾ ਦੇ, ਲਾਈਵ 'ਚ ਹੀ ਗਾ ਦੇ ਤੇ ਅਸੀਂ ਦੱਸਣ ਵਾਲੇ ਹੋ ਜੀ ਅਸੀਂ ਉਹ ਆ ਜਿਹਦਾ ਉਹ ਸਿੰਗਰ ਨੇ ਨਹੀਂ ਗਾਇਆ ਸੀ ਲਾਈਵ 'ਚ, ਹਾਂ ਆਪਾਂ ਉਹ ਆ। ਤਾਂ ਸਾਡਾ ਥੋੜ੍ਹਾ ਜਿਹਾ ਰਸਤਾ ਸੌਖਾ ਹੋ ਜੂ। ਸ਼ਾਇਦ ਕੁਝ ਕੁ ਅੱਜ ਕੱਲ੍ਹ ਦੇ ਨਾਮਵਾਰ ਸਿੰਗਰ ਜਿਹੜੇ ਹਜੇ ਵੀ ਲੱਗੇ ਹੋਏ ਨੇ ਤੇ ਗਾਉਂਦੇ ਨੇ, ਐਕਟਿਵ ਨੇ, ਉਹ ਆਪਣਾ ਫੇਸਬੁੱਕ ਦੇਖਣ ਤਾਂ ਸ਼ੁਭਦੀਪ ਸਿੱਧੂ ਸੱਚ ਕਹਿਣ ਤਾਂ ਕਈਆਂ ਨੂੰ ਲੱਭ ਜਾਊਗਾ ਉਹਦੇ ਪ੍ਰੋਫਾਈਲ ਤੋਂ ਕੁਛ ਨਾ ਕੁਛ ਸੈਂਡ ਹੋਇਆ ਹੋਇਆ। ਤੇ ਅਸੀਂ ਬੜਿਆਂ ਨੂੰ ਕਾਲ ਕੀਤੀ, ਕੋਈ ਕਹੇ ਤਾਂ ਫਲਾਣੇ ਦਾ ਹੀ ਗਾਉਂਦਾ, ਕੋਈ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ ਜਾਂ ਕੁਛ। ਫਿਰ ਉਹ ਸਾਰਿਆਂ ਨੂੰ ਪਤਾ ਹੀ ਆ ਕਿਵੇਂ ਉਹਨੂੰ ਨਿੰਜਾ ਮਿਲਦੇ ਨੇ ਤੇ ਕਿਵੇਂ ਉਹ ਹੁੰਦਾ। ਪਰ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਜਦੋਂ ਸਾਡੇ ਕੋਲ ਪੈਸੇ ਦੀ ਤੰਗੀ ਸੀ ਤਾਂ ਉਹਨੇ ਇੱਕ ਚੀਜ਼ ਸ਼ੁਰੂ ਕੀਤੀ ਸੀ, ਉਹ ਘਰੋਂ ਪੈਸੇ ਨਹੀਂ ਮੰਗਦਾ ਸੀ ਆਪਣੇ ਉਹਦੇ ਲਈ ਸਿੰਗਿੰਗ ਦੀ ਸਿਖਲਾਈ ਲਈ। ਜੀ ਉਹਨੇ ਗਾਣਾ ਵੇਚ ਦੇਣਾ, ਪੈਸੇ ਕਰ ਲੈਣੇ, ਗਾਣਾ ਵੇਚ ਦੇਣਾ, ਉਨੇ ਕੁ ਪੈਸੇ ਕਰ ਲੈਣੇ। ਗਾਣੇ ਵੇਚੇ? ਹਾਂਜੀ ਗਾਣੇ ਉਹਨੇ ਪਹਿਲਾਂ 2-2 3-3 ਹਜ਼ਾਰ 'ਚ ਵੀ ਵੇਚੇ ਆ ਗਾਣੇ ਸ਼ੁਰੂ 'ਚ। ਤੇ ਪਰ ਉਹ ਚੀਜ਼ ਦੇ ਨਾਲ ਇਹ ਹੋਇਆ ਕਿ ਉਹਨੂੰ ਲਿੰਕ ਅਪ ਜੇ ਬਣ ਲੱਗ ਪਏ ਸਿੰਗਿੰਗ ਇੰਡਸਟਰੀ 'ਚ। ਇੱਕ ਮੈਂ ਹੋਰ ਚੀਜ਼ ਦੱਸਦਾ ਕਿ ਜਿਹੜੀ ਉਹਦੇ ਮੈਨੂੰ ਅੱਜ ਵੀ ਕਈ ਚੀਜ਼ਾਂ 'ਚੋਂ ਇੱਕ ਚੀਜ਼ ਚੇਤੇ ਆਈ ਹੈ ਕਿ ਜਦੋਂ ਆਇਆ ਸੀ ਨਾ 2012 'ਚ, ਤਾਂ ਮੈਨੂੰ ਅੱਜ ਵੀ ਉਹ ਚੀਜ਼ ਯਾਦ ਹੈ। ਅਸੀਂ ਕੋਈ ਨਾ ਕੋਈ ਜਦੋਂ ਹੋਸਟਲ ਆਏ ਨਾ, ਅਸੀਂ ਘਰਦਿਆਂ ਨੂੰ ਕਹਿ ਕਿ ਮੈਂ ਨਵਾਂ ਸ਼ਹਿਰ ਨੂੰ ਬਿਲੋਂਗ ਕਰਦਾ, ਅਸੀਂ ਪਹਿਲੀ ਵਾਰੀ ਹੋਸਟਲ ਜਾਣਾ, ਵਧੀਆ ਜਿਹਾ ਬੈਗ ਦੇ ਦਿਓ ਕੱਢ ਕੇ, ਅਸੀਂ ਬੈਗ ਲੈ ਕੇ ਕੱਪੜੇ ਪਾ ਕੇ ਜਾਈਏ। ਮੈਨੂੰ ਯਾਦ ਹੈ ਸਿੱਧੂ ਆਪਣੇ ਫਾਦਰ ਦਾ ਆਰਮੀ ਵਾਲਾ ਟਰੰਕ ਲੈ ਕੇ ਗਿਆ ਸੀ, ਉਹਦੇ 'ਤੇ ਲਿਖਿਆ ਸੀ ਬਲਕੌਰ ਸਿੰਘ ਅਤੇ ਥੱਲੇ ਉਹਨਾਂ ਦਾ ਆਰਮੀ ਨੰਬਰ ਸੀਗਾ। ਅਤੇ ਉਹ ਉਹਨੂੰ ਬੜਾ ਪ੍ਰਾਊਡਲੀ ਦਿਖਾਉਂਦਾ ਹੁੰਦਾ ਸੀ। ਅਤੇ ਕਿਤੇ ਨਾ ਕਿਤੇ ਉਹਦਾ ਇਹ ਏਮ ਵੀ ਰਿਹਾ, ਸ਼ਾਇਦ ਉਹਨੇ ਮੈਂਸ਼ਨ ਕੀਤਾ ਹੋ ਕਿ ਮੈਂ ਫੌਜੀ ਬਣਨਾ ਚਾਹੁੰਦਾ ਜੀ। ਅਤੇ ਚਲੋ ਟੂ ਕੰਟੀਨਿਊ ਕਿ ਅਸੀਂ ਇੱਦਾਂ ਕਰਨਾ ਸਿੱਖਿਆ। ਅਤੇ ਕੁਦਰਤੀ ਉੱਧਰੋਂ ਮੇਰੀ ਅੰਕਲ ਨਾਲ ਗੱਲ ਵੀ ਹੁੰਦੀ ਰਹਿੰਦੀ ਸੀ ਇਸ ਵਿਸ਼ੇ 'ਤੇ ਵੀ ਜੀ। ਅਤੇ ਸਿੱਧੂ ਨੂੰ ਇਹ ਸੀ ਹੁਣ ਇੱਥੇ ਲਿੰਕ ਬਣ ਗਏ ਆ, ਗਾਣੇ ਜੇ ਮੈਂ ਦੇ ਦਿੱਤੇ ਆ, ਲਾਇਸੈਂਸ ਆ ਚੁੱਕਾ ਸੀ। ਲਾਇਸੈਂਸ ਗਾਣਾ ਜਿਹੜਾ ਉਹਦਾ, ਅਤੇ ਉਹਦੇ 'ਚ ਇੱਕ ਪੈਰਾ ਹੈ, ਸਿੱਧੂ ਨੂੰ ਹਮੇਸ਼ਾ ਬਲੇਮ ਕੀਤਾ ਜਾਂਦਾ ਹੈ ਕਿ ਉਹਨੇ ਹਥਿਆਰਾਂ ਦੇ ਗਾਣੇ ਗਾਏ ਨੇ ਬਹੁਤ ਵਾਰ। ਹਾਂਜੀ, ਕਿ ਹਥਿਆਰਾਂ 'ਤੇ ਗਾਉਂਦਾ ਅਤੇ ਇਹਨੇ ਨੈਗੇਟਿਵ ਯੂਜ਼ ਕੀਤਾ ਹਥਿਆਰ ਦਾ ਜੀ। ਉਹਦੇ ਵਿੱਚ ਸ਼ਾਇਦ ਕਿਸੇ ਨੇ ਉਹ ਲਾਈਵ 'ਚ ਸੁਣਿਆ ਹੋਊ, ਇਹਨੇ ਪੰਜਾਬ ਯੂਨੀਵਰਸਿਟੀ 'ਚ ਵੀ ਗਾਇਆ ਸੀ ਉਹ ਪੈਰਾ। ਇਹ ਅਸਲ 'ਚ ਲਾਇਸੈਂਸ ਗਾਣਾ ਇਹਨੇ ਊਧਮ ਸਿੰਘ ਤੋਂ, ਸ਼ਹੀਦ ਊਧਮ ਸਿੰਘ ਤੋਂ ਇੰਸਪਾਇਰ ਹੋ ਕੇ ਲਿਖਿਆ ਸੀ ਜੀ, ਜਿਹੜੀ ਉਹਦੀ ਅਸਲ ਸੱਚਾਈ ਹੈ। ਅਤੇ ਉਹ ਗਾਣਾ ਇਹਨੇ ਜਦੋਂ ਲਿਖਿਆ ਤਾਂ ਉਹਦੇ 'ਚ ਪੈਰਾ ਸੀ, ਜਾਗ ਊਧਮ ਨੇ ਅਣਖਾਂ ਦਾ ਲਾਇਆ ਸੀ, ਗੋਰਾ ਜਾ ਕੇ ਲੰਡਨ ਵਿੱਚ ਢਾਇਆ ਸੀ। ਅਤੇ ਉਹ ਫਿਰ ਸੀਗਾ ਜਦੋਂ ਪਤਾ ਨਹੀਂ ਆਪਣੀ 'ਤੇ ਆਵੇ ਚੁੱਪ ਕਰ ਬਹਿੰਦੇ, ਜਿਹਨੇ ਢੇਡਣੀਆਂ ਹਿੱਕਾਂ ਉਹ ਲਾਇਸੈਂਸ ਨਹੀਂ ਲੈਂਦੇ, ਉਹ ਐਵੇਂ ਸੀ। ਅਤੇ ਉਹ ਪੈਰਾ ਕੱਟ ਦਿੱਤਾ ਗਿਆ। ਅਤੇ ਜਦ ਕਿ ਉਹਦਾ ਪਹਿਲਾ ਗਾਣਾ ਸੀ, ਜੇ ਤੁਸੀਂ ਦੇਖੋ ਤਾਂ ਫਿਰ ਉਹਨੇ ਇੰਡਸਟਰੀ ਦਾ ਰੁੱਖ ਦੇਖ ਲਿਆ ਸੀ ਕਿ ਸ਼ਹੀਦਾਂ ਵੱਲੋਂ ਘੱਟ ਹੈ, ਕਮਰਸ਼ੀਅਲ ਪੱਖ ਨੂੰ ਵੱਧ ਹੈ। सो हाँ जी गाइस वीडियो का जो इस इंटरव्यू का पहला पार्ट था, तो ये तो हमने देख लिया। और गाइस बहुत मज़ेदार और बहुत मतलब एक्साइटमेंट आ रही थी, और हमें जानना चाहते थे कि असल में जो सिद्धू पाजी थे, जो इसमें उनके फ्रेंड बता रहे हैं, तो मतलब उनके बारे में और चीज़ें खुल के आई कि उनका स्ट्रगल देखो कहाँ से कहाँ तक था। सो गाइस मेरे व्यूज़ जानने से पहले मैं जानना चाहता हूँ मेरी मम्मी के क्या व्यूज़ हैं इस इंटरव्यू को सुन के। इस इंटरव्यू को सुन के हमें सिद्धू जी के बारे में बहुत बारीकी से पता चला। अभी तक हम उन्हें यही समझते थे कि मतलब कि उन्हें बचपन में गाने का शौक़ था, तो इसलिए मतलब कि वो आगे वो ऐसे उन्होंने जारी रखा। लेकिन क्या स्ट्रगल किया, उनके पीछे क्या स्टोरी थी, ये उनके दोस्त है जो हर टाइम उनके साथ रहते थे। और मतलब कि हर पल जैसे कि उन्होंने कहा 2012 में सिद्धू ने फर्स्ट काउंसलिंग में एडमिशन ले ली थी, और इनकी जो बता रहे हैं दोस्त इन्होंने सेकंड में हुई थी इनकी। कहते हम हर टाइम साथ ही रहते थे सिद्धू जी के, मैस में, हॉस्टल में, सिर्फ सबको सोने के लिए जाते थे। तो इन्होंने बताया कि कैसे सिद्धू जी को गाने का बहुत शौक़ था। ये कह रहे हैं ना, जब मतलब कि फिज़िक्स की लेबोरेटरी में जब मतलब कि जो इन्होंने एक फ़ोन पे रैपर की फ़ोटो लगाई हुई थी, तो मैं इसके मैडम जो थोड़े गुस्सिक थे उन्होंने मतलब कि इसको कहा कि तुम ऐसे बनोगे, तुम तक सीखो, तुम ऐसे रैपर बनोगे। तो इसने कहा भाई नीचे ही झुका के उसने कहा कि हाँ। तो इनकी ये क्वालिटी बताई कि भोले थे बहुत ज़्यादा, और कभी भी जो इंटरव्यू में इतनी इंटरव्यू दी हुई है, कभी किसी लड़की की तरफ या किसी से आँख उठा के बात नहीं की है। इतने मतलब इतने शर्मीले होंगे ये कि नीचे नज़रें करके बात करते थे, बोलते थे बहुत ज़्यादा।
तो मतलब क्या कहती है कि जब ये कई बार मैडम पूछती थी आज पढ़ने का मन नहीं है तो आज चलो हमें कोई गाना सुनाएगा, तो सिद्धू जी इतना जुनून था कि वो पहले नंबर पे वो ना तैयार हो जाते थे मैंने गाना सुनाना है, तो ऐसे तैयार हो जाते थे। मतलब कि उनको इतना शौक था कि मतलब कि मैं गाना सुनाऊं कोई मुझे जाने। तो इन्होंने मतलब कि इसने ये भी बताया कि इनके दोस्त ने कि कैसे उनको सिंगर बनने के लिए किन किन मतलब कि फाइनेंशियली कितनी प्रॉब्लम हुई इनको। कई सिंगर्स ने इनको मना कर दिया। इन्होंने गाने लिखे अपने आप, क्योंकि एक बार बारिश में किसी राइटर ने कह दिया कि मैं तुम्हें गाना दूंगा, तो उसने मना कर दिया था, बारिश हो रही थी तो इनका मूड बहुत ख़राब हो गया था कि इन्होंने मुझे घर बुलाया, बारिश इतनी हो रही है। तब इन्होंने कसम खा ली थी मैं खुद ही गाना लिखूंगा। गाते तो थे शुरू से ही थे, इनको शौक था। तो जो लिखा उस टाइम जब किसी राइटर ने इनको मना कर दिया, इनका दिल टूट गया था कि मैं खुद ही लिखूंगा। पहले तो मतलब कि ये है कि इनको पहचान बनाने के लिए क्या क्या कहते कह रहे हैं ना, इनके दोस्त कितनी स्ट्रगल करनी पड़ी है। ये गाने हैं जब लिख लेते थे तो कहते हैं सबको पता तो चल गया था तभी क्लास में कि सिद्धू जी को गाने का शौक है, इनकी आवाज़ भी अच्छी है। तो इन्होंने लेकिन ये है ना कि इनको मतलब स्टेज पे जाते थे कोई गाने नहीं देता था इनको, तो सिंगर बनने के लिए इनको पैसे की ज़रूरत होती थी। लिख तो लेते थे, राइटिंग भी करनी शुरू कर दी थी, लेकिन गाने के लिए म्यूज़िक की और इतनी चीज़ों की ज़रूरत होती है, वो उनकी मदद जो है म्यूज़िक की मदद नहीं ले पा रहे थे। क्योंकि ये सब चीज़ों को हैंडल करने के लिए, क्योंकि एक गाना और राइटिंग आवाज़ और राइट मतलब जो गाना है वही काफ़ी नहीं होते, इसके लिए म्यूज़िक की भी ज़रूरत होती है। जब इनको पता चला कि इसके लिए 25 लाख की ज़रूरत है और इन्होंने फिर कॉलेज से पैसे इकट्ठे करने शुरू किए। वो कह रही इनके दोस्त के 25 रुपये इकट्ठे हुए, तो प्रॉब्लम आ गई फाइनेंशियली। तो भी ये बताया कि सिद्धू जी ने फिर अपने गाने बेचे हैं, भी चलो मैं गा नहीं पाऊँगा, गाने बेचकर ही पैसे कमा लेते हैं, घर से ये माँगते नहीं थे। अपने पिताजी से, उनके पिताजी ने भी कई बार इंटरव्यू में कहा कि ये कभी पैसे नहीं माँगते थे मुझे, मेरा बेटा। तो कभी पॉकेट मनी भी नहीं माँगता था। तो फिर उन्होंने फिर अपने गाने बेचे हैं। गाने का शौक था, कहते भी चलो ये ऐसे ही कॉन्टैक्ट करते हैं सिंगर से, आज गाना बिक रहा है, कल को मैं गाना भी शुरू करूँगा। तो ऐसे इनको स्टोरी बता रहे हैं कि कैसे धीरे-धीरे इनका सिंगर्स के साथ, पंजाबी इंडस्ट्रीज़ के साथ जैसे जब इन्होंने अपने गाने बेचने शुरू किए, कुछ पैसे मिलने शुरू हो गए थे इनको 2000 कभी 3000। तो ऐसे करते-करते ये अपने सफ़र पर निकल पड़े थे, सिंगिंग के सफ़र पर। ये पहला सफ़र था, पहली सीढ़ी थी शायद, जो इन्होंने स्ट्रगल किया। हमें पता चलता है कितना जुनून रहा होगा इस बच्चे में। या कहते हैं 5वीं 6वीं में ये गाना गाता मतलब गाना शुरू कर दिया था। वो कोई मौका ढूँढ रहे थे शायद कि कोई मुझे सुने। जब परिस्थितियाँ देखते थे कोई सुन ही नहीं रहा है, मेरा मज़ाक बना रहे हैं, मैं कैसे रास्ता बनाऊँ अपनी मंज़िल तक जाने के लिए, कैसे-कैसे रास्ते ढूँढते थे, है ना? हाथ-पैर मार रहे थे, ये हमें पता चला। आज पता चला, हमें तो मुझे पता ही नहीं था, हमने सोचा भी ये सिंगिंग के मतलब कि इन्होंने ऐसे ही गाना शुरू कर दिया क्योंकि 6वीं 7वीं में गाने का शौक था, किसी ने इनको देखा होगा गाते हुए। हमें नहीं ये नहीं पता था कि इन्होंने इतना जहाँ से स्ट्रगल किया, गाने बेचे भी हैं। और हम कहते हैं इनको ब्लेम करते हैं ना लाइसेंस ये हथियार रखते हैं, तो ये भी कहा इनको गलत है। जो लाइसेंस एक गाना था, इसमें उन्होंने ये लाइसेंस जो गाना था ना इन्होंने शहीद उधम सिंह जी को डेडिकेट किया हुआ था। 4 लाइनें भी थी शहीद उधम सिंह के जो लाइसेंस है हमें बनाया था, लेकिन वो पंजाबी इंडस्ट्री वालों ने वो काट दिए थे 4 लाइनें। उन्होंने ना मतलब कि कमर्शियली इसको मतलब कि प्रेफ़रेंस दी, इनको काट दिया 4 लाइनों को ताकि लोगों को लगे ही ना। तो ब्लेम लग गया कि ये तो हथियारों को प्रमोट करते हैं। ये दिखाया नहीं कि ये तो शहीद उधम सिंह जी को इन्होंने की डेडिकेट किया हुआ है, इतना बदनाम किया, देखो कितनी बदनामी झेली होगी, कितने तंगी बर्दाश्त की होगी। तो कितना धोखा दिया पंजाबी इंडस्ट्री के लोगों को, ये समझ चुके थे वो कि जहाँ पर शहीदों को प्रेफ़रेंस नहीं दी जाती, हथियारों को दी जाती है। उनको वो नहीं करते थे हथियारों को प्रमोट। लेकिन हम दूसरे जो पंजाबी इंडस्ट्री के लोग हैं उन्होंने दूसरी तरफ से इनको बदनाम करना शुरू कर दिया। हम गलत समझते रहे, हम भी गलत समझते थे पहले, लेकिन आज पता चल रहा है कि क्या बात है। अभी आगे और पता चलेगा, सुनोगे तो। अभी ये फर्स्ट पार्ट है, मुझसे सुनते हैं। हाँ जी गाइस बाकी जो इंटरव्यू की बात करें तो बहुत मतलब इसमें बहुत बातें पता चली जो हमें कभी पता ही नहीं चली आज तक। मतलब पता था कि हाँ सिद्धू पाजी ने मतलब ठीक है उनको गाने का शौक था, उन्होंने स्ट्रगल किया, बट इस लेवल का स्ट्रगल किया ये हमें जो इनके फ्रेंड है तजिंदर सिंह गिल जो इंटरव्यू में बता रहे थे, जो उनके फ्रेंड थे कॉलेज की फ्रेंड, तो हमें तो आज पता चला कि भाई उनमें कितना जुनून था और उन्होंने कितना स्ट्रगल किया। जैसा कि मम्मी ने बताया उनके बारे में, जो भी इंटरव्यू में बताया गया है,
तो जैसे कि वो बताते हैं स्टार्टिंग से कि उनकी एडमिशन हुई है ना कॉलेज में, फिर उन्होंने इलेक्ट्रिकल में एडमिशन ली। सबसे पहले सिद्धू पाजी की एडमिशन हुई, फिर इनके फ्रेंड की एडमिशन हुई सेकंड काउंसलिंग में। तो वहाँ पे फिर ये फर्स्ट टाइम फिजिक्स लेबॉर्ट्री में मिले। तो वहाँ पे जैसे इन्होंने बताया कि जो इनके टीचर थे या जो प्रोफेसर थे वहाँ पे मैम, तो वो थोड़ा सा मतलब सिखिज्म से ज़्यादा वो थे। तो जो सिद्धू पाजी के फ़ोन पे उन्होंने बताया कि एक अमेरिकन रैपर की एक फ़ोटो लगी हुई थी, ब्लैक काले किसी एक है ना, काला सिंगर कोई जो भी कहते हैं कि। तो फिर उनके मैम ने प्रोफेसर ने पूछा होगा उनसे कि उनकी नज़र गई होगी उनके फ़ोन पे। तो उन्होंने पूछा उनसे सिद्धू पाजी से कि तुम क्या कर रहे हो, तुम ऐसे बनोगे, इसके जैसे बनोगे बड़े होगे। तो फिर उन्होंने बताया कि जैसे सिद्धू पाजी हमेशा जो अपना सिर था, जो अपनी आंखें थी, वो नीचे करके रखते थे, चाहे कोई लड़की के साथ हो या फिर वो कोई भी इंटरव्यू नॉर्मल। तो वो मतलब ज़्यादातर झुका के आंखें नीचे करके अपना बातें करते थे। मतलब इतने वो थे, हम्बल कह लो या फिर शाई कह लो या एज अ रिस्पेक्ट कह लो, तो है ना। तो उस वजह से तो फिर उन्होंने सिर झुका के मैम को बोला अपने कि हाँ मैं इसके जैसी बनना चाहता हूँ। फिर उनके फ्रेंड बोलते हैं कि आज मुझे उस पर प्राउड हो रहा है कि हाँ वो जो रैपर की फोटो लगाई थी वो उससे भी कहीं ऊपर बन गया, कहीं बढ़ के मतलब उसके उससे भी ऊपर का सुपरस्टार बन गए सिद्धू पाजी। फिर वो कहते हैं कि ऐसी हमारी हॉस्टल लाइफ गई कि हम साथ इकट्ठे रहते थे। फिर वो सिद्धू पाजी को गाने का शौक था, कभी जैसे क्लास में टीचर नहीं होते थे, प्रोफेसर नहीं होते थे या लेट हो जाते थे, है ना, या फिर कभी पढ़ाई का कुछ मन नहीं होता था, तो फिर उनके प्रोफेसर बोलते थे कि चलो कोई गाना सुना दो। फिर वो कहते थे कि सिद्धू पाजी कभी हमेशा सिद्धू पाजी आगे आते थे गाना गाने के लिए। और कई लोग उनके जो फ्रेंड थे पीछे से उनको ताना भी मार देते थे कि भाई जा, इसमें क्या शर्माना, है ना, मतलब टॉन्ट वे में कहते थे। तो वैसे ही फिर उन्होंने बोला कि जैसा सिद्धू पाजी बैकवर्ड सर्टिफिकेट के साथ आए थे, लेकिन उनमें बहुत कॉन्फिडेंस था। उन्होंने उनको खुद को ऐसा फील ही नहीं होता था कि मैं बैकवर्ड क्लास या मूसा पिंड से बिलोंग करता हूँ, है ना। उनके अंदर कॉन्फिडेंस एक अलग ही कॉन्फिडेंस था। वो कहते थे कि वो सारा दिन वो टूपाक को सुनते रहते थे, उनको इतना पता था कि टूपाक कौन है और बाकी बोहेमिया कौन है, इनके बारे में कहता हम शहर से बिलोंग करते, हमें इतना नहीं पता था जितना सिद्धू पाजी को पता था कि इसके साथ ऐसा हुआ, इसने ये गाना गाया, इस इंग्लिश रैपर ने, टूपाक ने ये गाना गाया। तो इतना जुनून था, कहते उसको सारी हिस्ट्री पता थी, है ना, कौन कैसा है। फिर वही कहते कि बाद में जैसे हमारे कॉलेज में कंपटीशन हुआ, वहाँ पे वो सिद्धू पाजी पूरा दिन स्टेज के पीछे खड़े रहे, मलट्ठी मुंह में डालकर, है ना, उनको मौका नहीं दिया गया, 5 मिनट भी नहीं दिए गए गाने गाने के, है ना। तो अब पता नहीं, वो कह रहे थे कि पता नहीं टाइम की कमी की वजह से या फिर उनको वैसे ही नहीं मौका मिला, वो अब पता नहीं हमें। तो उसके बाद फिर कहते हैं कि उसके बाद फिर उन्होंने ऐसी गाने गाते रहे, है ना, लिखते रहे, अपना गाते रहे, है ना। फिर उनको जैसे जैसे फिर आगे बढ़े, फिर कहते हैं कि उन्होंने अपने गाने बेचे, क्योंकि गाते भी थे आपको पता है ना, और लिखते भी थे लेकिन म्यूजिक की भी ज़रूरत पड़ती है, जैसा मम्मी ने बताया था थोड़ी देर पहले। तो वही है कि फिर उन्होंने कांटेक्ट किया कई सिंगरों से, किसी ने 2.5 लाख मांग लिया, किसी ने 3 लाख मांग लिया। तो भाई अब सिद्धू पाजी इतने अच्छी फैमिली से बिलोंग नहीं करते थे, उनके पापा आर्मी में थे, है ना। तो और पिंड से गाँव से थे, तो इतने पैसे नहीं थे कि 2.5 लाख कहाँ से लेके आए मिडिल क्लास लड़का, है ना। और मांगते भी नहीं थे। सबसे देखो आजकल के बच्चे देखो, मतलब मुझे ना कभी कभी शर्म आती है, मतलब एक सिद्धू पाजी जैसे लोग हैं और एक आजकल की जनरेशन है, वो अपने घर मम्मी पापा से पैसे तक नहीं मांगते थे, अपने गाने लिख के उनको 2,000-3,000 में बेच देते थे कि भाई घर वालों से पैसे ना मांगू, खुद के गाने लिख के बेच दिया करते थे। मतलब देखो उनके अंदर जो स्किल था उसको बेचते थे, बेच के पैसे इकट्ठे करते थे, फिर गाना लिखते थे, फिर उसको बेचते थे, फिर उन्हीं पैसों से वो जोड़ जोड़ के देखो मतलब कहाँ तक पहुंच गए। यही होती है मतलब ना सक्सेस जो होती है ना, इसी जो मतलब कहते हैं ना कि जो खुद से कुछ करता है ना, भगवान उसी को आगे लेके जाता है। जो होते हैं ना कि मतलब चलो जिनके पापा का बिजनेस है, जिनके पापा गवर्नमेंट ऑफिसर हैं, है ना, उनको उनके बच्चे उनको पता होता है कि भाई हमारे पापा तो गवर्नमेंट ऑफिसर हैं या हमारे पापा बिजनेसमैन, हमने तो यही काम करना है ना, उनको टेंशन इतनी होती। लेकिन जो खुद मेहनत करते हैं ना, भगवान उसी इंसान को ऊपर लेके जाता है और उसी की इज्जत हमेशा मरने के बाद भी जिंदा रहती है। और आप देख लो सिद्धू मूसेवाला पाजी कहाँ पे है, 1 साल हो गया गए हुए, लेकिन उनकी इज्जत नहीं गई जो बना के गए हैं। और वो अपने मम्मी पापा को करोड़ों की हवेली बना के दे गए, करोड़ों की जमीन दे गए, है ना, पता नहीं क्या क्या उनको, मतलब खैर आज उनके मम्मी पापा दुख में है क्योंकि उनका बेटा नहीं है, तो वो करोड़ों की संपत्ति को क्या करेंगे, पर देखो उनको कितनी इज्जत दे गए। आजकल के बच्चे नहीं कर सकते, हम नहीं कर सकते। तो बाकी मतलब के पैदा ही गाने के लिए हुए थे। हाँ मतलब देखो
भगवान ना कभी कभी ऐसा लगता है कि वो भगवान का ही एक रूप थे, कि उनको भगवान ने भेजा इसीलिए था। उन शुरू से कहते हैं ना, जुनून था उनके अंदर गाने गाने का, कहीं भी गाना गा देते थे, सिंगर्स के सामने भोले थे, है ना, उनको सिंगर्स बुलाते थे कि भाई यहाँ पे गाना गा दे। और उन्होंने एक स्टोरी बताई थी कि एक सिंगर ने उनको बुलाया कि मैं तेरे को गाना लिख के दे दूंगा, तू आ जाना। तो वो बारिश में गए, है ना, जब वो गए उसके घर पे तो उन्होंने मना कर दिया उसी टाइम पे कि भाई तू किसी और दिन आ जाना। तो कहते सिद्धू पाजी उस दिन बहुत रोए, बाहर अकेले, बारिश हो रही थी और एकदम से उनको मना कर दिया उस सिंगर ने। तो कहते उस दिन से वो रोए भी थे वहां पे बारिश में खड़े होकर, और उस दिन से उन्होंने ठान लिया कि ना मैं किसी से गाना मांगूंगा, खुद लिखूंगा, खुद गाऊंगा। ये टर्निंग पॉइंट था ना। वो टर्निंग पॉइंट था सिद्धू पाजी की लाइफ में, ठीक है। वही फिर उसके बाद उन्होंने भगवान पे छोड़ दिया कि वाहेगुरु और भगवान करेंगे, मैं खुद लिखूंगा और खुद गाऊंगा। देखो भगवान वाहेगुरु उनको कहाँ पे लिए, वही कहते हैं ना, खुद करो, खुद हाथ पैर मारो, ठीक है। दिक्कतें आती हैं पर वही इंसान सबसे ऊपर जाता है। और कई बार माँ बाप को पता नहीं ना होता, उसके मम्मी, उनके मम्मी ने भी कहा कि पहले हम नॉर्मली यही समझते थे, ये ऐसे ही है जैसे बाकी बच्चे गाते हैं, ये ऐसे गा रहे हैं। हमने ध्यान ही नहीं दिया कभी भी इसके अंदर जुनून भी है। कहते हुए गाना गाता था तो हम नॉर्मली सुन लेते थे और डाल देते थे वैसे, लेकिन बाद में हमें समझ आया कि ये तो इसके अंदर तो टैलेंट है। आप अपने बच्चों को के टैलेंट को यूँ दिखा रहे हैं, हो सकता है आपके बच्चे में टैलेंट हो, आपको दिखाई देकर भी आप उनको देख ना रहे हो कि अपने बच्चे को ना जो बनना चाहें उनको बनने दो, जो टैलेंट है। देखो अपने बाप का बच्चा क्या कर रहा है, उसको किसमें इंटरेस्ट है। बिल्कुल। सो हाँ जी गाइस, बिल्कुल सही बोला मम्मी ने। आजकल के बच्चों को जो भी उनको कर लेने दो, है ना, क्या पता किसका बच्चा किस फील्ड में आगे निकल जाए, तो कर लेने दो। तो ठीक है गाइस, वीडियो ज़्यादा लंबी ना हो जाए, बातें तो बहुत है, सिद्धू पाजी के बारे में जितना मर्जी बोलने कम है, बट हमें वीडियो की लेंथ भी देखनी है, आप बोर ना हो जाओ हमारी बातें सुन के। सो गाइस, वीडियो को एंड करते हैं। हमें अच्छा लगा इंटरव्यू, इसके नेक्स्ट पार्ट हम जरूर लेके आएंगे नेक्स्ट टाइम, ठीक है। सो गाइस, आप भी इस इंटरव्यू को सुनना, सिद्धू पाजी को जानना वो कैसे थे, और इस वीडियो को शेयर करना। और गाइस एक रिक्वेस्ट है, अगर आप हमारे चैनल पे नए हैं, पहली बार हमारी वीडियो देख रहे हैं, सो गाइस प्लीज हमारे चैनल को सब्सक्राइब करना, क्योंकि मैं हमेशा की तरह कहता हूँ कि आप हो तो हम हैं, आपकी वजह से हम कुछ नहीं, हम अकेले कुछ नहीं कर सकते, है ना? और एक बात और है कि अगर हम ज़्यादा लंबा बोलते थे, इस पर भी कमेंट कर देना कि आप थोड़ा कम बोलो, या ज़्यादा बोल जाएं तो टाइम ज़्यादा लंबा शायद ले जाते हैं, तो आप इस पे जरूर कमेंट करना। बता दिया करेगा, इस कोई दिक्कत नहीं है, बता जैसा भी आपको लगे बता दिया करे। तो ठीक है गाइस, वीडियो एंड करते हैं। आप भी अपना ध्यान रखें, और फिर नेक्स्ट टाइम किसी नई वीडियो पे रिएक्शन देंगे। टिल देन आप भी खुश रहें, मुस्कुराते रहें और हंसते रहें। बाय बाय।